ਪਹਿਲਾਂ ਸੰਦੀਪ ਸਿੰਘ, ਦੀਪ ਸਿੱਧੂ ਉਹ ਵੀ ਤੁਹਾਡੇ ਨਾਲ ਜੁੜਦੇ ਨੇ, ਅਮਰਗੜ੍ਹ ਆ ਕੇ ਤੁਹਾਡੀ ਚੋਣ ਲੜਦੇ ਨੇ ਖੁਦ। ਅਤੇ ਹੁਣ ਸ਼ੁਭਦੀਪ ਕਹਿ ਰਹੇ ਸੀ ਕਿ ਮੈਂ ਆ ਕੇ ਚੋਣ ਲੜਾਂਗਾ ਮੂਸੇਵਾਲਾ। ਜਿਹੜਾ ਤੁਹਾਡੇ ਨਾਲ ਜੁੜਦਾ, ਜਿਹੜਾ ਤੁਹਾਡੇ ਨਾਲ ਆ ਕੇ ਬੈਠਦਾ, ਕੀ ਉਹ ਨਿਸ਼ਾਨਾ ਹੋ ਜਾਂਦਾ? ਮੇਰੇ ਸਪੋਰਟਰਸ ਦਾ ਸ਼ਿਕਾਰ ਖੇਡ ਨੇ ਮੈਨੂੰ ਹੀ ਠੋਕ ਦੇਣ। ਪਹਿਲਾਂ ਕਹਿੰਦਾ ਸੀਗਾ ਕਿ ਬਾਪੂ ਤੂੰ ਕਦੋਂ ਆਏਗਾ, ਤੇ ਅਗਲੇ ਦਿਨ ਮੈਂ ਗਿਆ। ਮੈਂ ਕਿਹਾ ਹੁਣ ਬਾਪੂ ਤਾਂ ਆ ਗਿਆ ਤੇ ਤੂੰ ਨਹੀਂ ਰਿਹਾ। ਆਹ ਫੋਨ ਇਤਿਹਾਸਕ, ਐਸੇ ਫੋਨ ਦੇ ਨਾਲ ਮੈਂ ਗੱਲ ਕੀਤੀ। ਗੱਲਾਂ ਮੈਂ ਹੋਰ ਖੁੱਲ੍ਹ ਕੇ ਬੋਲੂੰਗਾ। ਬਹੁਤ ਕੁਛ ਉਹਨਾਂ ਨੇ ਮੈਨੂੰ ਕਿਹਾ। ਕਹਿੰਦਾ ਇੰਡੀਅਨ ਸਟੇਟ ਸਾਡੇ ਨਾਲ ਮਾੜਾ ਬਹੁਤ ਕਰਦੀ ਹੈ। ਮੈਂ ਤਾਂ ਕਹਿੰਦਾ ਮਦਦ ਕਰੂੰ ਠੋਕ ਕੇ। ਜਦੋਂ ਠੋਕ ਕੇ ਕਿਹਾ, ਕਹਿੰਦਾ ਬੇਫਿਕਰ। ਉੱਥੇ ਬੈਠੇ ਸੀ ਘੱਟੋ ਘੱਟ 30-35 ਜਾਣੇ। ਉਹਨੇ ਕਿਸੇ ਤੋਚੇ 'ਚ ਕਿਹਾ ਨਹੀਂ, ਨਾ ਮੈਨੂੰ ਇਹ ਕਿਹਾ ਮੈਂ ਫਲਾਣੇ ਲੀਡਰ ਤੋਂ ਪੁੱਛਣਾ, ਮੈਂ ਫਲਾਣੇ ਲੀਡਰ ਤੋਂ ਪੁੱਛਣਾ, ਮੈਂ ਫਲਾਣੇ ਤੋਂ। ਕਹਿੰਦਾ ਕਰਨਾ ਹੈ। ਸੰਤ ਜਰਨੈਲ ਸਿੰਘ ਭਿੰਡਰਾਂ ਦੀ ਫੋਟੋ ਮੇਰੇ ਟਰੈਕਟਰ 'ਤੇ ਹੈ, ਮੇਰੀ ਗੱਡੀ 'ਤੇ ਹੈ, ਅਤੇ ਮੈਨੂੰ ਕਹਿੰਦੇ ਲਾ ਦਿਓ। ਜਿਹੜਾ ਮੇਰੇ ਕੋਲ ਆਵੇ ਕਹਿੰਦਾ ਲਾ ਦਿਓ। ਅਤੇ ਮੈਂ ਕਿਹਾ ਮੈਂ ਕਿਉਂ ਲਾਵਾਂ? ਕਹਿੰਦਾ ਜਦੋਂ ਫਿਰ ਮੈਂ ਨਾਂ ਲਾਈ ਤਾਂ ਫਿਰ ਮੇਰੇ ਵੱਲੋਂ ਟੇਢਾ ਜਿਹਾ ਵਹਿੰਦੇ ਸੀਗੇ। ਪਿਛਲੇ ਕੁਝ ਮਹੀਨਿਆਂ 'ਚ ਅਸੀਂ 3 ਨੌਜਵਾਨ ਦੇਖੇ ਨੇ ਜਿਨ੍ਹਾਂ ਨੂੰ ਅਸੀਂ ਅਲਵਿਦਾ ਆਖਿਆ ਹੈ। ਦੀਪ ਸਿੱਧੂ, ਉਸ ਤੋਂ ਬਾਅਦ ਸੰਦੀਪ ਨੰਗਲ ਅੰਬੀਆਂ, ਅਤੇ ਅੱਜ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ। ਪਰ ਸਾਡੇ ਨਾਲ ਸਿਮਰਨਜੀਤ ਸਿੰਘ ਮਾਨ ਨੇ, ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ। ਸਿਮਰਨਜੀਤ ਸਿੰਘ ਮਾਨ, ਉਹ ਨਾਂ ਖਾੜਕੂਵਾਦ ਦੇ ਦੌਰ ਤੋਂ ਲੈ ਕੇ ਅੱਜ ਤੱਕ ਪਤਾ ਹੀ ਨਹੀਂ ਕਿੰਨੇ ਇੱਕ ਨੌਜਵਾਨ ਇਹਨਾਂ ਦੇ ਹੱਥਾਂ 'ਚ ਅਲਵਿਦਾ ਆਖ ਗਏ ਪੰਜਾਬ ਨੂੰ, ਕੌਮ ਨੂੰ। ਸਾਡੇ ਨਾਲ ਨੇ ਸਿਮਰਨਜੀਤ ਸਿੰਘ ਮਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮਾਨ ਸਾਹਿਬ, ਜਿਵੇਂ ਮੈਂ ਗੱਲ ਕਰ ਰਿਹਾ ਸੀ, ਅਸੀਂ 3 ਨੌਜਵਾਨ ਦੇਖੇ ਆ ਪਿਛਲੇ ਕੁਝ ਮਹੀਨਿਆਂ 'ਚ। ਅਸੀਂ ਖੁਦ ਕਵਰ ਕਰ ਰਹੇ ਸੀ। ਅੱਜ ਮੈਨੂੰ ਲੱਗ ਰਿਹਾ ਸੀ, ਮੈਥੋਂ ਗੱਲ ਨਹੀਂ ਸੀ ਹੋ ਰਹੀ, ਕਿ ਪਿਛਲੇ 3 ਮਹੀਨਿਆਂ 'ਚ ਅਸੀਂ ਤੀਜਾ ਨੌਜਵਾਨ ਤੋਰ ਰਹੇ ਹਾਂ। ਤੁਸੀਂ ਤਾਂ ਕਿੰਨੇ ਹੀ ਨੌਜਵਾਨ ਆਪਣੇ ਹੱਥਾਂ 'ਚ ਤੋਰੇ? ਸਰ ਸਾਹਿਬ, ਗੱਲ ਇਹ ਹੈ ਕਿ ਸਿੱਖ ਕੌਮ ਦਾ ਅਜੇ ਤੱਕ ਘਰ ਹੈ ਨਹੀਂ ਗਾ। ਅਸੀਂ ਬਗਾਨਿਆਂ ਦੇ ਥੱਲੇ ਗੁਲਾਮ ਬਣ ਕੇ ਰਹਿ ਗਏ ਹਾਂ। ਅਤੇ ਜੇ ਆਪਣਾ ਘਰ ਹੋਵੇ ਤਾਂ ਫਿਰ ਘਰ ਦੇ ਵਿੱਚ ਹੀ ਰੱਖਿਆ ਵੀ ਹੁੰਦੀ ਹੈ, ਸੁਰੱਖਿਆ ਵੀ ਹੁੰਦੀ ਹੈ। ਹੁਣ ਬਗਾਨਿਆਂ ਨੇ ਤਾਂ ਸਾਨੂੰ ਹਮੇਸ਼ਾ ਗਰਦਾਰ ਸਮਝਣਾ ਹੈ। ਸੈਂਟਰ ਦੀ ਸਰਕਾਰ ਨੇ BSF ਨੂੰ ਬਾਰਡਰ ਤੋਂ ਖਿੱਚ ਕੇ 50 ਕਿਲੋਮੀਟਰ ਉਹਦਾ ਦਾਇਰਾ ਅੰਦਰ ਪੰਜਾਬ ਦੇ ਵਿੱਚ ਵਧਾਤਾ, ਜਿਹਦਾ ਮਤਲਬ ਹੈ ਕਿ ਸਾਡੇ ਉੱਤੇ ਸ਼ੱਕ ਹੈ ਹਿੰਦੂਤਵਾ ਨੂੰ। ਜਦੋਂ BSF ਦਾ ਕੰਮ ਇੱਧਰ ਵਧਾਤਾ ਹੈ, ਉੱਧਰੋਂ ਸਮਗਲਿੰਗ ਬਹੁਤ ਹੋਣ ਲੱਗ ਪਈ ਹੈ, ਅਸਲਾ ਬਹੁਤ ਆਉਣ ਲੱਗ ਪਿਆ, ਹੈਰੋਇਨ, ਸਮੈਕ, ਕੋਕੇਨ। ਅਤੇ ਜਿੰਨਾ ਚਿਰ ਹਿੰਦੂਤਵਾ ਦੇ ਵਿੱਚੋਂ ਸ਼ੱਕ ਨਹੀਂ ਨਿਕਲਦਾ, ਉਨਾ ਚਿਰ ਆਪਣੇ 'ਤੇ ਬੇਇਨਸਾਫੀ ਹੁੰਦੀ ਰਹੂਗੀ। ਹੁਣ 1984 ਦੇ ਵਿੱਚ ਇੰਡੀਆ ਨੂੰ ਕੀ ਲੋੜ ਸੀ ਬਰਤਾਨੀਆ ਦੀ ਫੌਜ ਬੁਲਾਈ, ਸੋਵੀਅਤ ਰੂਸ ਦੀ ਫੌਜ ਬੁਲਾਈ, ਆਪਣੀ ਫੌਜ ਬੁਲਾਈ, ਅਤੇ ਸਿੱਖਾਂ ਦੇ ਦਰਬਾਰ ਸਾਹਿਬ ਦੇ ਉੱਤੇ ਚਾੜ੍ਹਤੀ। ਅਤੇ ਸਿੱਖਾਂ ਦੇ ਕੋਲ ਤਾਂ ਸਟੇਟ ਹੈ ਨਹੀਂ ਗੀ, ਅਸੀਂ ਤਾਂ ਸਟੇਟਲੈਸ ਹਾਂ। ਇੰਡੀਆ ਦੀਆਂ ਲੜਾਈਆਂ ਪਾਕਿਸਤਾਨ ਨਾਲ ਵੀ ਹੋਈਆਂ, ਚੀਨ ਨਾਲ ਵੀ ਹੋਈਆਂ। ਉਦੋਂ ਤੱਕ ਕੋਈ ਬਗਾਨੀ ਫੌਜ ਇੰਡੀਆ ਨੇ ਮੰਗਾਈ ਨਹੀਂ, ਨਾ ਅਮਰੀਕਾ ਦੀ ਫੌਜ ਬੁਲਾਈ ਹੈ, ਨਾ ਰੂਸ ਦੀ ਮੰਗਾਈ ਹੈ, ਜਾਂ ਹੋਰ ਕਿਤੇ ਦੀ ਮੰਗਾਈ ਹੈ। ਅਤੇ ਸਾਡੇ 'ਤੇ ਸ਼ੱਕ ਦੀ ਨਿਗਾਹ ਵੱਲ ਹਮੇਸ਼ਾ ਦੇਖਦੇ ਆ। ਅੱਜ ਵੀ ਜਿਹੜਾ ਕੁਛ ਹੋਇਆ, ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਸਰਦਾਰ ਸੰਦੀਪ ਸਿੰਘ ਸਿੱਧੂ ਦਾ ਕਤਲ ਕਿਵੇਂ ਕਰਾਇਆ ਗਿਆ। ਬਹੁਤ ਉਹਦੇ ਵਿੱਚ ਮਿਸਟਰੀ ਹੈ ਕਿ ਸਾਨੂੰ ਕੋਈ ਦੱਸਦਾ ਨਹੀਂ ਕਿ ਕਿਵੇਂ ਹੈ। ਇਸੇ ਤਰ੍ਹਾਂ ਹੁਣ ਇਹਨਾਂ ਦਾ ਮੂਸੇਵਾਲ ਸਾਹਿਬ ਦਾ ਕਤਲ ਕਰਾਤਾ ਹੈਗਾ। ਅਤੇ ਜਦੋਂ ਉਸ ਹਕੂਮਤ ਨੂੰ ਪਤਾ ਹੈ ਕਿ ਇਹ ਸੈਂਸਿਟਿਵ ਲੋਕ ਹੈਗੇ ਹੈ, ਜਿਹੜੇ ਗਵਈਏ ਹੈ, ਇਹਨਾਂ ਤੋਂ ਇਹ ਜਿਹੜੇ ਬਦਮਾਸ਼ ਹੈ, ਇਹ ਫਰੌਤੀਆਂ ਮੰਗਦੇ ਹੈ, ਅਤੇ ਜੇ ਇਹਨਾਂ ਦੇ ਕੋਲ 2 ਸਿਪਾਹੀ ਦਿੱਤੇ ਹੋਏ ਹੈ, ਅਤੇ ਉਹਨਾਂ ਨੂੰ ਕਾਹਦੇ ਲਈ ਬਾਹਰ ਕੱਢਣਾ ਸੀਗਾ?
ਸਟੇਟ ਦਾ ਮਤਲਬ ਹੈ ਕਿ ਆਪਣੀ ਪ੍ਰਜਾ ਨੂੰ ਸਿਕਿਉਰਿਟੀ ਦੇਵੇ, ਤੇ ਜੇ ਸਟੇਟ ਸਿਕਿਉਰਿਟੀ ਵੀ ਨਹੀਂ ਸਿੱਖਾਂ ਨੂੰ ਦੇ ਸਕਦੀ, ਅਜੇ ਤੱਕ ਕੋਈ ਸਾਡਾ 1984 ਦਾ ਮਸਲਾ ਹੱਲ ਹੀ ਨਹੀਂ ਹੋਇਆ। ਨਾ ਜਿਹੜੀ ਫੌਜ ਨੇ ਡਾਕੇ ਮਾਰੇ ਹੈ ਸਾਡੀ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਉੱਤੇ, ਫਿਰ ਤੋਸ਼ਾਖਾਨਾ ਲੁੱਟ ਕੇ ਲੈ ਗਏ ਦਰਬਾਰ ਸਾਹਿਬ ਦਾ, ਅਜੇ ਕੋਈ ਅਕਾਊਂਟੇਬਿਲਿਟੀ ਤਾਂ ਹੈ ਹੀ ਨਹੀਂ ਹੈ। ਤੇ ਇਸ ਕਰਕੇ ਮੈਨੂੰ ਪੁੱਛਦੇ ਹੈ ਕਿ ਅੱਜ ਕਿ ਜੋ ਕਤਲ ਹੋਇਆ ਹੈ ਮੂਸੇਵਾਲ ਸਾਹਿਬ ਦਾ, ਇਹਦੀ ਤਫਤੀਸ਼ ਕਿਵੇਂ ਹੋਊਗੀ? ਮੈਂ ਕਿਹਾ ਕਿ ਤਫਤੀਸ਼ ਇੰਡੀਆ ਦੀ ਏਜੰਸੀ ਸਿੱਖਾਂ ਦੀ ਕੋਈ ਇਨਸਾਫ ਤਰ੍ਹਾਂ ਕਰ ਹੀ ਨਹੀਂ ਸਕਦੀ, ਨਾ ਇਹਨਾਂ ਨੇ ਕਰਨੀ ਹੈ ਤੇ ਨਾ ਇਹਨਾਂ ਨੇ ਵਿੱਚੋਂ ਚੂਹਾ ਕੱਢਣਾ ਹੈਗਾ। ਤੇ ਮੈਂ ਕਿਹਾ ਦਲੀਲ ਦੇ ਨਾਲ, ਐਵੇਂ ਨਹੀਂ, ਮੈਂ ਕਿਹਾ ਜਦੋਂ ਲੈਬਨਾਨ ਦਾ ਪ੍ਰਾਈਮ ਮਿਨਿਸਟਰ ਹਰਾਰੇ, ਉਹਦਾ ਮਰਡਰ ਹੋਇਆ ਸੀ, ਕਤਲ ਹੋਇਆ ਸੀ, ਫਿਰ UN ਨੇ ਤਫਤੀਸ਼ ਕਰਵਾਈ ਸੀਗੀ ਉਹਦੇ ਕਤਲ ਦੀ, ਕਿਉਂ ਕਰਕੇ UN ਨੂੰ ਭਰੋਸਾ ਨਹੀਂ ਸੀ ਕਿ ਲੈਬਨਾਨ ਦੀ ਸਰਕਾਰ ਇਸ ਕਤਲ ਨੂੰ ਕੱਢ ਸਕੂਗੀ। ਇਸੇ ਤਰ੍ਹਾਂ ਨਾਲ ਦੇ ਮੁਲਕ ਜਿਵੇਂ ਬੇਨਜ਼ੀਰ ਭੁੱਟੋ ਬੀਬੀ ਦਾ ਹੋਇਆ, ਉਦੋਂ ਵੀ ਲੋਕਾਂ ਨੂੰ ਅਤਬਾਰ ਨਹੀਂ ਸੀਗਾ ਕਿ ਉਹ ਸਰਕਾਰ ਜਿਹੜੇ ਸਮੇਂ ਦੇ ਵਿੱਚ ਬੇਨਜ਼ੀਰ ਬੀਬੀ ਦਾ ਕਤਲ ਹੋਇਆ ਉਹ ਇਨਸਾਫ ਦਊਗੀ। ਉਹਦੀ ਵੀ ਫਿਰ ਤਫਤੀਸ਼ ਯੂਨਾਈਟਿਡ ਨੇਸ਼ਨਸ ਨੇ ਕਰਵਾਈ ਸੀਗੀ। ਤੇ ਜਿੰਨਾ ਚਿਰ ਇਹ ਸਿੱਖਾਂ ਦੇ ਇਹ ਕਤਲਾਂ ਦੀ ਤਫਤੀਸ਼ ਕੋਈ ਬਾਹਰ ਦੀ ਏਜੰਸੀ ਨਹੀਂ ਕਰਦੀ, ਤੇ ਇੰਡੀਆ ਦੇ ਉੱਤੇ ਤਾਂ ਸਾਨੂੰ ਭਰੋਸਾ ਨਹੀਂ, ਕਿਉਂ ਕਰਕੇ 1984 ਤੋਂ ਬਾਅਦ ਤਾਂ ਇਹਨਾਂ ਨੇ ਕੀਤਾ ਹੀ ਨਹੀਂ ਕੋਈ। ਉਹ ਸਾਰੇ ਜਿੰਨੇ ਵੀ ਕਾਤਲ ਨੇ ਉਹ ਤਾਂ ਤੁਰੇ ਫਿਰਦੇ ਆ ਇਸ ਤਰ੍ਹਾਂ, ਹੈ ਨਾ। ਸੋ ਇਹ ਸਾਨੂੰ ਬਹੁਤ ਅਫਸੋਸ ਹੈ। ਅੱਜ ਤੁਸੀਂ ਦੇਖ ਹੀ ਲਿਆ, ਐਡਾ ਇਕੱਠ ਮੈਂ ਉਦੋਂ ਦੇਖਿਆ ਸੀ ਜਦੋਂ ਸ਼ਹੀਦ ਹੋਇਆ ਸੀ ਤੂਫਾਨ ਸਿੰਘ, ਸਾਡਾ ਗੁਰਦਾਸਪੁਰ ਦੇ ਵਿੱਚ ਸਿੰਘ ਸੀਗਾ। ਤੇ ਫਿਰ ਆਪਣਾ ਸਿੱਧੂ ਸਾਹਿਬ ਦਾ ਕਿੰਨਾ ਇਕੱਠ ਸੀਗਾ, ਤੇ ਅੱਜ ਵੀ ਤੁਸੀਂ ਦੇਖੋ ਕਿੱਡਾ ਇਕੱਠ ਸੀਗਾ, ਤੇ ਗਰਮੀ ਕਿੰਨੀ ਸੀ, ਤੇ ਕਿੰਨੀ ਨੌਜਵਾਨੀ ਬਾਹਰ ਨਿਕਲ ਕੇ ਆਈ ਹੈ। ਦੂਸਰੀ ਚੀਜ਼ ਹੈ ਕਿ ਆਪਾਂ ਸਿੱਖ ਛਾਲ ਮਾਰ ਦਿੰਦੇ ਹਾਂ, ਪਰ ਅਸੀਂ ਦੇਖਦੇ ਨਹੀਂ ਕਿ ਅਸੀਂ ਕਿਨਾਰੇ 'ਤੇ ਟੱਪਾਂਗੇ ਕਿ ਨਹੀਂ ਟੱਪਾਂਗੇ। ਤੇ ਜਦੋਂ ਸਾਨੂੰ ਇਹੀ ਨਹੀਂ ਪਤਾ, ਫਿਰ ਧਰ ਹੁਣ ਨਵੀਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਦੇਣੀਆਂ, ਨਾ ਇਹਨਾਂ ਦਾ ਪਿਛੋਕੜ, ਨਾ ਇਹਨਾਂ ਦਾ ਅਗਾਂਹ ਦਾ ਕੋਈ ਪਤਾ। ਇਹਨਾਂ ਨੂੰ 92 ਸੀਟਾਂ ਅਸੈਂਬਲੀ 'ਚ ਦੇਤੀਆਂ, ਜਦੋਂ ਕਿ ਇੰਨੀ ਸੀਟ ਕਿਸੇ ਪਾਰਟੀ ਦੀ ਆਈ ਨਹੀਂ। ਹੁਣ 5 ਮੈਂਬਰ ਬਣਾਏ ਆ ਇਹਨਾਂ ਨੇ ਰਾਜ ਸਭਾ ਦੇ, ਤੇ 5 ਬਾਹਰਲੇ ਬੰਦੇ ਬਣਾਏ ਹੈਗੇ ਆ, ਤੇ 2 ਹੁਣ ਹੋਰ ਬਣਾਉਣ ਲੱਗੇ ਆ। ਚਲੋ ਤਾਂ ਸੱਚੇਵਾਲ ਸਾਹਿਬ ਹੈਗੇ ਆਪਣੇ ਹੈਗੇ ਆ, ਪਰ ਸਾਨੂੰ ਤਾਂ ਪਤਾ ਨਹੀਂ ਜਿਹੜਾ ਰਾਜ ਸਭਾ ਦਾ ਮੈਂਬਰ ਹੈ ਇਹ ਕਾਉਂਸਲ ਆਫ ਸਟੇਟਸ ਹੁੰਦੀ ਹੈ, ਇਹਦੇ ਵਿੱਚ ਸਟੇਟਸ ਦੇ ਨੁਮਾਇੰਦੇ ਜਾਂਦੇ ਆ, ਤੇ ਸਟੇਟਸ ਦੀ ਗੱਲ ਹੁੰਦੀ ਹੈ ਕਿ ਉੱਥੇ ਕੀ ਕਮੀ ਹੈ, ਕੀ ਪੇਸ਼ੀ ਹੈ। ਹੁਣ ਬਾਹਰਲੇ ਬੰਦੇ ਜਿਹੜੇ ਰਾਜ ਸਭਾ ਦੇ ਮੈਂਬਰ ਪੰਜਾਬ ਤੋਂ ਬਣਵਾਤੇ ਹੈ, ਉਹਨਾਂ ਨੂੰ ਤਾਂ ਇਲ ਦੇ ਥਾਂ ਕੋਕੋ ਨਹੀਂ ਪਤਾ ਪੰਜਾਬ ਦੇ ਕੀ ਇਹ ਸਮੱਸਿਆ ਹੈ, ਪਾਣੀਆਂ ਦਾ ਹੈ, ਹੋਰਾਂ ਗਰੀਬੀ ਦਾ ਹੈ। ਜਿਹੜੇ ਸਾਡੇ ਜ਼ਿਮੀਂਦਾਰ ਨੇ 700 ਉਸ ਦੁਖਾਂਤ ਦੇ ਵਿੱਚ ਪੂਰੇ ਹੋ ਗਏ ਹੈ, ਉਹਨਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ। ਹੁਣ ਜਿੰਨੀਆਂ ਵੀ ਸਾਡੇ ਇੰਡਸਟਰੀਅਲਿਸਟਸ ਨੇ ਪੰਜਾਬ ਦੇ, ਉਹ ਜ਼ਿਆਦਾ ਇੰਪਲੀਮੈਂਟਸ ਬਣਾਉਂਦੇ ਆ ਖੇਤੀਬਾੜੀ ਦੇ, ਤੇ ਪਾਕਿਸਤਾਨ ਦਾ ਪੰਜਾਬ ਵੀ ਖੇਤੀਬਾੜੀ ਦਾ ਇੱਕ ਮੁਲਕ ਹੈਗਾ, ਸਾਡਾ ਅੱਧਾ ਹਿੱਸਾ। ਤੇ ਇਹ ਜਿਹੜੀਆਂ ਮਸ਼ੀਨਾਂ ਹੈਗੀਆਂ ਇਹ ਵਾਹਗਾ ਬਾਰਡਰ ਤਾਂ ਖੋਲ੍ਹਦੇ ਨਹੀਂ, ਜਿਹਦੇ ਨਾਲ ਸਾਨੂੰ ਫਾਇਦਾ ਹੋਵੇ, ਸਾਡੀ ਟਰਾਂਸਪੋਰਟ ਵਧੇ, ਇਹਨਾਂ ਨੂੰ ਨਫਾ ਆਪਣੇ ਜਿਹੜੇ ਕਾਰਖਾਨੇ ਵਾਲੇ ਇਹਨਾਂ ਨੂੰ ਹੋਏ।
ਇਹਨਾਂ ਦੀਆਂ ਮਸ਼ੀਨਾਂ ਜਾਂਦੀਆਂ ਗੁਜਰਾਤ, ਗੁਜਰਾਤ ਤੋਂ ਚੱਲ ਕੇ ਫਿਰ ਕਰਾਚੀ ਪਹੁੰਚਦੀਆਂ ਸਮੁੰਦਰ ਦੇ ਰਾਹੀਂ ਜਾ ਕੇ ਫਿਰ ਪਾਕਿਸਤਾਨ, ਪੰਜਾਬ। ਹੁਣ ਜਿਹੜੀਆਂ ਮਸ਼ੀਨਾਂ ਗੁਰਦਾਸਪੁਰ ਦੇ ਵਿੱਚ ਬਟਾਲੇ 'ਚ ਬਣਦੀਆਂ, ਬਟਾਲੇ ਦੀ ਤਾਂ ਵੱਟ ਨਾਲ ਲੱਗਦੀ ਹੈ ਪਾਕਿਸਤਾਨ ਦੇ ਬਾਰਡਰ ਦੇ ਨਾਲ, ਉਹ ਤਾਂ ਐਂ ਹੈ ਕਿ ਜਿਵੇਂ ਤੁਸੀਂ ਉਹਨਾਂ ਨੂੰ ਫੜਾ ਦਿਓ ਅਤੇ ਇਹ ਐਡਾ ਗੇੜਾ ਸਾਥੋਂ ਕਢਾਉਂਦੇ ਆ, ਕਿਉਂ ਕਰਕੇ ਸਿੱਖਾਂ ਦਾ ਇਲਾਕਾ ਹੈ ਅਤੇ ਸਾਨੂੰ ਤਾਂ ਕੋਈ ਫਾਇਦਾ ਹੀ ਨਹੀਂ ਹੈ। ਜਿਹੜੇ ਅਸੀਂ ਬੰਦੇ ਭੇਜਦੇ ਹਾਂ ਉਹ ਵੀ ਉੱਥੇ ਜਾ ਕੇ ਗੱਲ ਨਹੀਂ ਕਰਦੇ ਹੈਗੇ। ਹੁਣ ਇਹ ਸਿੰਪਲ ਚੀਜ਼ਾਂ ਤੁਹਾਨੂੰ ਮੈਂ ਦੱਸੀ ਜਾਂਦਾ। ਹੁਣ ਜੇ ਸਧਾਰਨ ਚੀਜ਼ਾਂ ਹੀ ਨਹੀਂ ਆਪਾਂ ਸਵਾਰ ਸਕਦੇ, ਕਿਸੇ ਦੇ ਥੱਲੇ ਲੱਗ ਕੇ ਚੱਲਣਾ, ਤਾਂ ਫਿਰ ਹਾਲਤ ਤਾਂ ਇਹੋ ਜਿਹਾ ਹੀ ਹੋਊ ਜਿਵੇਂ ਅੱਜ ਆਪਾਂ ਨੇ ਦੇਖਿਆ। ਜਸਕਰਨ ਸਿੰਘ ਕਾਹਨ ਸਿੰਘ ਵਾਲਾ ਵੀ ਸਾਡੇ ਨਾਲ ਨੇ, ਆਪਾਂ ਉੱਥੇ ਵੀ ਗੱਲ ਕਰ ਰਹੇ ਸੀ ਚਿਤਾ ਕੋਲੇ, ਅਤੇ ਤੁਹਾਡੇ ਤੋਂ ਗੱਲ ਨਹੀਂ ਹੋਈ। ਅਤੇ ਆਖਰੀ ਵਾਰ ਤੁਹਾਡੇ ਨਾਲ ਮੁਲਾਕਾਤ ਹੁੰਦੀ ਆ, ਤੁਸੀਂ ਫੋਨ 'ਤੇ ਗੱਲਬਾਤ ਕਰਾਉਂਦੇ ਹੋ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ, ਅਤੇ ਆਖਰੀ ਵਾਰ ਜਦੋਂ ਮੁਲਾਕਾਤ ਹੋਈ ਮੈਂ ਪੁੱਛਣਾ ਚਾਹੂੰ ਕੀ ਗੱਲਾਂ ਬਾਤਾਂ ਹੋਈਆਂ, ਕਿੰਨੇ ਸਮੇਂ ਦੀ ਮੁਲਾਕਾਤ ਸੀ ਉਹ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਧਾਨ ਸਾਹਿਬ ਜੀ ਨੇ ਆਪ ਨੂੰ ਬਹੁਤ ਕੁਛ ਦੱਸ ਦਿੱਤਾ, ਪਰ ਜਿਮਨੀ ਚੋਣ ਸੰਗਰੂਰ ਦੀ ਉਹਦਾ ਐਲਾਨ ਹੋ ਚੁੱਕਾ ਸੀ। 23 ਜੂਨ ਨੂੰ ਪੰਜਾਬ ਦੇ ਲੋਕਾਂ ਨੇ ਮਤਦਾਨ ਕਰਨਾ ਸੀ, ਪਾਰਲੀਮੈਂਟ ਮੈਂਬਰ ਆਪਣਾ ਭੇਜਣਾ ਸੀ ਪਾਰਲੀਮੈਂਟ 'ਚ। ਉਸ ਸੰਬੰਧ ਦੇ ਵਿੱਚ ਮੈਂ ਮੀਟਿੰਗ ਕਰ ਰਿਹਾ ਸੀ ਗੁਰਦੁਆਰਾ ਆਪਣੇ ਸੈਣੇ, ਅਤੇ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਨਾਲ ਗੱਲਬਾਤ ਹੋਈ ਕਿ ਮੈਂ 6 ਵਜੇ ਉਹਨੂੰ ਮਿਲੂੰਗਾ। ਮੀਟਿੰਗ ਕਰਦਿਆਂ ਲੇਟ ਹੋ ਗਏ, 7 ਵਜੇ ਮਿਲੇ, ਅਤੇ ਮੈਂ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸਾਹਿਬ ਜੀ ਨੂੰ ਜਦੋਂ ਉੱਥੇ ਪਹੁੰਚਿਆ 1 ਘੰਟਾ ਲੇਟ, ਮੈਂ ਗੇਟ 'ਚ ਜਾਂਦਿਆਂ ਟੈਲੀਫੋਨ ਕੀਤਾ ਕਿ ਮੈਂ ਪਹੁੰਚ ਗਿਆ, ਕਿ ਮੈਂ ਤੁਹਾਡੀ ਉਹਨਾਂ ਦੇ ਨਾਲ ਗੱਲ ਕਰਾਊਂਗਾ। ਅਤੇ ਪ੍ਰਧਾਨ ਸਾਹਿਬ ਨੇ ਵੀ ਕਿਹਾ ਕਿ ਸ਼ਾਬਾਸ਼ ਦਿਆ ਜੇ, ਉਹਨੇ ਚੰਗਾ ਮੁੰਡਾ, ਚੰਗਾ ਗਾਉਂਦਾ। ਉਸ ਤੋਂ ਬਾਅਦ ਥੋੜ੍ਹੇ ਜਿਹੇ ਚਿਰ ਬਾਅਦ ਉਹਨੇ ਘੰਟਾ ਡਿੱਕਿਆ ਅਤੇ ਉਹ ਪਿੰਡ 'ਚੋਂ ਆਪਣੇ ਪੁਰਾਣੇ ਘਰ ਸਾਈਡ ਤੋਂ ਹਾਲੈਂਡ 3630 ਦੇ ਵਿੱਚ ਆਇਆ, ਗੀਤ ਵੱਜਦਾ ਆ ਰਿਹਾ ਸੀਗਾ ਉਹਦਾ ਹੀ। ਉਦੋਂ ਬਾਅਦ ਅੰਦਰ ਨੂੰ ਗਿਆ ਅਤੇ ਮਗਰ 2-3 ਗੱਡੀਆਂ ਸੀ, ਅਤੇ ਉਦੋਂ ਬਾਅਦ ਫਟਾਫਟ ਸਰਪੰਚ ਸਾਹਿਬ ਸੀ, ਉਹਨੇ ਸਾਨੂੰ ਆਓ ਜੀ ਚੱਲੀਏ, ਆਓ ਗੱਡੀ ਅੰਦਰ ਲੈ ਕੇ ਆਓ। ਅਸੀਂ ਗੱਡੀ ਲੈ ਕੇ ਅੰਦਰ ਚਲੇ ਗਏ ਅਤੇ ਫਟਾਫਟ ਉਤਰ ਕੇ ਆਇਆ, ਡਾਓ ਵੀ ਕੁਰਸੀਆਂ, ਡਾਓ ਕੁਰਸੀਆਂ ਡਾਹਤੀਆਂ। ਉਹ ਮੈਨੂੰ ਜੱਫੀ ਪਾ ਕੇ ਮਿਲਿਆ, ਗੋਡੇ ਹੱਥ ਵੀ ਲਾ, ਮੈਂ ਨਾ ਬਈ ਤੂੰ ਬਹੁਤ ਵੱਡਾ ਨਾ। ਜਦੋਂ ਅਸੀਂ ਬਹਿ ਕੇ ਗੱਲਾਂ ਬਾਤਾਂ ਕੀਤੀਆਂ, ਉਹਨਾਂ ਨੇ ਸ਼੍ਰੋਮਣੀ ਕਮੇਟੀ ਦੀਆਂ ਵੀ ਗੱਲਾਂ ਕੀਤੀਆਂ, ਬਹੁਤ ਨਿਘਾਰ ਆਇਆ, ਤਬਦੀਲੀ ਆਉਣੀ ਚਾਹੀਦੀ ਹੈ। ਉਹਨਾਂ ਨੇ ਆਮ ਪਾਰਟੀ ਦੇ ਬਾਰੇ ਵੀ ਬਹੁਤ ਕਿਹਾ ਕਿ ਇਹ RSS ਦੀ ਪਾਰਟੀ ਹੈ। ਗੱਲਾਂ ਮੈਂ ਹੋਰ ਖੁੱਲ੍ਹ ਕੇ ਬੋਲੂੰਗਾ, ਬਹੁਤ ਕੁਛ ਉਹਨਾਂ ਨੇ ਮੈਨੂੰ ਕਿਹਾ। ਕਿ ਫਿਰ ਕਹਿੰਦਾ ਮੈਨੂੰ ਚੋਣਾਂ ਦੇ ਵਿੱਚ, ਪਹਿਲਾਂ ਤਾਂ ਮੈਂ ਕਹਿੰਦਾ ਚੋਣਾਂ ਕੀ ਚੀਜ਼ ਹੈ, ਵੀ ਹਰੇਕ ਦੀ ਮਦਦ ਕਰ। ਚੋਣਾਂ 'ਚ ਕਹਿੰਦਾ ਮੈਂ ਬਹੁਤ ਕੁਛ ਸਿੱਖ ਗਿਆ। ਕਹਿੰਦਾ ਕਿਵੇਂ? ਕਹਿੰਦਾ ਇੰਡੀਅਨ ਸਟੇਟ ਸਾਡੇ ਨਾਲ ਮਾੜਾ ਬਹੁਤ ਕਰਦੀ ਹੈ। ਮੈਂ ਕਿਹਾ ਕਿਵੇਂ? ਕਹਿੰਦਾ ਜੀ ਮੇਰੇ ਨਾ, ਮੈਂ ਚੋਣ ਲੜ ਰਿਹਾ ਸੀ, ਸੰਤ ਜਰਨੈਲ ਸਿੰਘ ਭਿੰਡਰਾਂ ਦੀਆਂ ਫੋਟੋ ਮੇਰੇ ਟਰੈਕਟਰ 'ਤੇ ਹੈ, ਮੇਰੀ ਗੱਡੀ 'ਤੇ ਹੈ, ਅਤੇ ਮੈਨੂੰ ਕਹਿੰਦੇ ਲਾ ਦਿਓ, ਜਿਹੜਾ ਮੇਰੇ ਕੋਲ ਆਵੇ ਕਹਿੰਦੇ ਲਾ ਦਿਓ। ਅਤੇ ਮੈਂ ਕਿਹਾ ਮੈਂ ਕਿਉਂ ਲਾਵਾਂ, ਇਹ ਤਾਂ ਮੇਰੀ ਸੋਚ ਆ, ਮੈਂ ਨਹੀਂ ਲਾਉਂਦਾ। ਕਹਿੰਦਾ ਜਦੋਂ ਫਿਰ ਮੈਂ ਨਾ ਲਾਈ ਤਾਂ ਫਿਰ ਮੇਰੇ ਵੱਲੋਂ ਟੇਢਾ ਜਿਹਾ ਵਹਿੰਦੇ ਸੀਗੇ। ਕਹਿੰਦਾ ਹੈਂ? ਕਹਿੰਦਾ ਜਿਹੜੇ ਮੈਨੂੰ ਕਹਿੰਦੇ ਸੀ, ਕਹਿੰਦਾ ਸਾਰੇ ਵੀ ਕਰ ਸਿਸਟਮ ਜਿਹੜਾ ਕਹਿੰਦਾ ਸੀ, ਕਹਿੰਦਾ ਉਹ ਕਹਿੰਦਾ ਮੇਰੇ ਵੱਲੋਂ ਟੇਢਾ ਵਹਿੰਦੇ ਸੀਗੇ। ਉਸ ਤੋਂ ਬਾਅਦ ਜਦੋਂ ਇਹ ਸਾਰੀਆਂ ਗੱਲਾਂ ਹੋਈਆਂ ਅਤੇ ਮੈਂ ਆਖਿਆ ਜੀ ਇੱਕ ਮੈਂ ਬੇਨਤੀ ਹੈ। ਕਹਿੰਦਾ ਬੇਨਤੀ ਤੁਸੀਂ ਕਿਉਂ ਕਰਨੀ ਆ? ਕਹਿੰਦਾ ਕੀ? ਮੈਂ ਕਿਹਾ ਸਿਮਰਜੀਤ ਸਿੰਘ ਮਾਨ ਦੀ ਮਦਦ ਕਰੋ। ਉਹ ਕਹਿੰਦੇ ਉਹ ਤਾਂ ਕੌਮ ਦੇ ਜਰਨੈਲ ਆ, 40 ਸਾਲ ਤੋਂ ਲੜੀ ਜਾਂਦੇ ਆ ਯਾਰ, ਉਹਨਾਂ ਦੀ ਤਾਂ ਸਾਰੇ ਪੰਜਾਬ ਨੂੰ ਮਦਦ ਕਰਨੀ ਚਾਹੀਦੀ ਹੈ। ਮੈਂ ਤਾਂ ਕਹਿੰਦਾ ਮਦਦ ਕਰੂੰ ਠੋਕ ਕੇ। ਜਦੋਂ ਠੋਕ ਕੇ ਕਿਹਾ, ਕਹਿੰਦਾ ਬੇਫਿਕਰ, ਉੱਥੇ ਬੈਠੇ ਸੀ ਘੱਟੋ ਘੱਟ 30-35 ਜਾਣੇ। ਉਹਨੇ ਕਿਸੇ ਤੋਂ ਝਿਜਕਿਆ ਨਹੀਂ, ਨਾ ਮੈਨੂੰ ਇਹ ਕਿਹਾ ਮੈਂ ਫਲਾਣੇ ਲੀਡਰ ਤੋਂ ਪੁੱਛਣਾ, ਮੈਂ ਫਲਾਣੇ ਲੀਡਰ ਤੋਂ ਪੁੱਛਣਾ, ਮੈਂ ਫਲਾਣੇ ਤੋਂ। ਕਹਿੰਦਾ ਕਰਨਾ ਐਤਕੀ, ਕਹਿੰਦਾ ਪੰਜਾਬ ਵਾਲਿਆਂ ਦੀ ਵੈਸੇ ਵੀ ਲੋੜ ਬਣਦੀ ਹੈ ਕਿ ਸਿਮਰਜੀਤ ਸਿੰਘ ਮਾਨ ਨੂੰ ਜਿਤਾਉਣਾ ਚਾਹੀਦਾ। ਫਿਰ ਮੈਂ ਗੱਲਾਂ ਹੋਰ ਕੀਤੀਆਂ, ਮੈਂ ਪ੍ਰਧਾਨ ਸਾਹਿਬ ਜੀ ਨਾਲ ਗੱਲ ਕਰਾਵਾਂ? ਕਹਿੰਦਾ ਲੈ ਕਰਾਓ। ਮੈਂ ਪ੍ਰਧਾਨ ਸਾਹਿਬ, ਆਹ ਫੋਨ ਇਤਿਹਾਸਕ, ਐਸੇ ਫੋਨ ਦੇ ਨਾਲ ਮੈਂ ਗੱਲ ਕੀਤੀ ਅਤੇ ਪਤਾ ਕੀ ਕਹਿੰਦਾ, ਬਾਪੂ ਜੀ। ਫਿਰ ਉਹ ਕਹਿੰਦੇ ਪ੍ਰਧਾਨ ਸਾਹਿਬ ਨਾਲ ਗੱਲ ਕੀਤੀ, ਮੇਰੇ ਸਾਹਮਣੇ ਕਿਹਾ ਕਿ ਬੇਫਿਕਰ ਹੋਇਆ ਜੇ, ਮੈਂ ਠੋਕ ਕੇ ਮਦਦ ਕਰੂੰਗਾ। ਅਤੇ ਇਹ ਵੀ ਕਿਹਾ ਤੁਸੀਂ ਮੇਰੇ ਘਰੇ ਜ਼ਰੂਰ ਆਇਆ ਜੀ। ਫਿਰ ਸਾਨੂੰ ਵੀ ਕਿਹਾ ਲੈ ਕੇ ਜ਼ਰੂਰ ਆਇਆ ਜੀ। ਅਸੀਂ ਹਾਂ, ਕਹਿੰਦਾ ਲੈ ਕੇ ਜ਼ਰੂਰ ਆਇਆ ਜੀ। ਫਿਰ ਅਸੀਂ ਲੁਧਿਆਣੇ ਤੋਂ
ਪ੍ਰੋਗਰਾਮ ਕਰਕੇ ਆ ਰਹੇ ਸੀ, ਵੱਡਾ ਇੰਡਸਟਰੀ ਸਾਡੇ ਚ ਰਲਿਆ, ਤੇ ਮੈਂ ਤੇ ਰਣਦੀਪ ਸਿੰਘ ਗੱਲਾਂ ਕਰੀ ਜਾਂਦੇ ਆ ਵੀ ਪ੍ਰਧਾਨ ਸਾਹਿਬ ਨੂੰ ਯਾਰ ਅੱਜ ਨਾ ਲੈ ਜੀ। ਉਹ ਕਹਿੰਦੇ ਵੀ ਆਪਾਂ ਤਾਂ ਲੇਟ ਹੋ ਜਾ। ਮੈਂ ਕਿਹਾ ਫਿਰ ਆਪਣੀ ਬਠਿੰਡੇ ਪ੍ਰੈਸ ਕਾਨਫਰੰਸ ਹੈ, ਆਪਾਂ ਕੱਲ੍ਹ ਨੂੰ ਉਹਨਾਂ ਦੇ ਘਰੇ ਲੈ ਕੇ ਚੱਲਾਂਗੇ। ਉਹ ਤਾਂ ਯਾਰ ਮੰਗ ਕਰਦਾ, ਉਹਦਾ ਦਿਲ ਕਰਦਾ ਸੀ ਬਹੁਤ ਜ਼ਿਆਦਾ ਮਿਲਣ ਨੂੰ ਪ੍ਰਧਾਨ ਸਾਹਿਬ ਨੂੰ। ਜਦੋਂ ਅਸੀਂ ਇਹ ਗੱਲ ਕਰਕੇ ਹਟੇ ਹਾਂ ਤੇ ਉਹੀ ਰਣਦੀਪ ਸਿੰਘ ਨੂੰ ਜਿਹੜੀ ਇਹ ਖਬਰ ਆ ਗਈ, ਤੇ ਫਿਰ ਪ੍ਰਧਾਨ ਸਾਹਿਬ ਇੱਕੋਦਮ ਸ਼ੌਕ 'ਚ ਹੋ ਗਏ। ਅਸੀਂ 2-3 ਮਿੰਟ ਪ੍ਰਧਾਨ ਸਾਹਿਬ ਨੂੰ ਬੁਲਾਇਆ, ਬੋਲੇ ਨਹੀਂ, ਜਮਾਂ ਹੀ ਨਹੀਂ ਬੋਲੇ। ਕਹਿੰਦੇ ਜੀ ਤਾਂ ਗੋਲੀਆਂ ਮਾਰਤੀਆਂ। ਉਹ ਕਹਿੰਦਾ ਪਤਾ ਕਰੋ। ਫਿਰ ਰਜਿੰਦਰ ਸਿੰਘ ਨੂੰ ਫੋਨ ਕੀਤਾ, ਅਸੀਂ ਸਾਰਿਆਂ ਨੂੰ ਕੀਤਾ, ਇਹਨਾਂ ਦੀ ਡਿਊਟੀਆਂ ਫਟਾਫਟ ਫਿਕਸ ਕੀਤੀਆਂ। ਇਸ ਕਰਕੇ ਉਹ ਸਾਡੇ ਵਿੱਚ ਨਹੀਂ ਰਿਹਾ। ਗੱਲ ਉਹਦੀ ਕੀਤੀ, ਬਾਕੀ ਗੱਲਾਂ ਮੈਂ ਬਾਅਦ 'ਚ ਕਰੂੰਗਾ। ਅਸੀਂ ਪਹਿਲਾਂ ਵੀ ਮਿਲਣ ਗਏ ਸੀ ਉਦੋਂ, ਰਜਿੰਦਰ ਸਿੰਘ ਸਰਪੰਚ ਅਤੇ ਪਵਨ ਜੀ, ਉਦੋਂ ਵੀ ਸਾਡੇ ਨਾਲ ਬਹੁਤ ਸੰਤਾਂ ਦੀਆਂ ਗੱਲਾਂ ਕੀਤੀਆਂ ਸੀ। ਉਹ ਕਹਿੰਦਾ ਵੀ ਜੇ ਮੈਂ ਸਤਿਕਾਰ ਕਰਦਾ ਸੰਤ ਜਰਨੈਲ ਸਿੰਘ ਪਿੰਡਰਾਲਾ, ਇੱਕ ਸ਼ਖਸੀਅਤ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ, ਮੈਂ ਉਹਦਾ ਇੰਨਾ ਸਤਿਕਾਰ ਕਰਦਾ ਮੈਂ ਦੱਸ ਨਹੀਂ ਸਕਦਾ। ਮਾਨ ਸਾਹਿਬ ਤੁਹਾਡੇ ਨਾਲ ਫੋਨ ਤੇ ਗੱਲ ਕਰਦੇ ਨੇ ਸ਼ੁਭਦੀਪ ਸਿੰਘ ਮੂਸੇਵਾਲਾ, ਕੀ ਗੱਲਬਾਤ ਹੁੰਦੀ ਹੈ ਆਪਸ ਦੇ ਵਿੱਚ? ਉਸ ਤੋਂ ਬਾਅਦ ਜਿਵੇਂ ਜਸਕਰਨ ਸਿੰਘ ਦੱਸ ਰਹੇ ਨੇ ਕਿ ਮਾਨ ਸਾਹਿਬ ਸ਼ੌਕ ਹੋ ਗਏ ਸੀ ਇੱਕਦਮ, ਉਹ ਕਿਹੋ ਜਿਹਾ ਮੂਵਮੈਂਟ ਸੀ? ਦੀਆਂ ਗੱਲਾਂ ਕੀਤੀਆਂ ਸੀ, ਕਹਿੰਦਾ ਸੀਗਾ ਕਿ ਬਾਪੂ ਤੂੰ ਕਦੋਂ ਆਏਗਾ, ਤੇ ਮੈਂ ਆਖਿਆ ਮੈਂ ਛੇਤੀ ਆ ਜਾਊਂਗਾ। ਤੇ ਅਗਲੇ ਦਿਨ ਮੈਂ ਗਿਆ, ਮੈਂ ਕਿਹਾ ਹੁਣ ਬਾਪੂ ਤਾਂ ਆ ਗਿਆ ਤੇ ਤੂੰ ਨਹੀਂ ਰਿਹਾ, ਹੈ ਨਾ। ਤੇ ਸਾਡੇ ਨਾਲ ਤਾਂ ਬਹੁਤ ਧੋਖਾ ਹੋਇਆ ਹੈ। ਤੇ ਇਹਦੇ ਜਿਹੜੇ ਮੰਮੀ ਡੈਡੀ ਹੈ ਉਹ ਫੌਜ ਦੇ ਵਿੱਚੋਂ ਹੈ, ਉਹ ਬਹੁਤ ਸਧਾਰਨ ਹੈ, ਉਹਨਾਂ ਨੂੰ ਚਲਾਕੀ ਚਲੂਕੀ ਨਹੀਂ ਆਉਂਦੀ ਹੈਗੀ। ਇਸ ਕਰਕੇ ਸਰਕਾਰ ਨੂੰ ਉਹਨਾਂ ਦੀ ਰੱਖਿਆ ਦੇ ਲਈ ਕੋਈ ਚੌਂਕੀ ਬਿਠਾਉਣੀ ਚਾਹੀਦੀ ਹੈ, ਨਹੀਂ ਤਾਂ ਐਵੇਂ ਲੋਫਰ ਬੰਦੇ ਆ ਕੇ ਕਹਿਣਗੇ ਜੀ ਤੁਸੀਂ ਸਾਡੇ ਇੰਨੇ ਲੱਖ ਦੇਣੇ ਹੈ, ਫਲਾਣੇ ਕਹੂਗਾ ਇੰਨੇ ਲੱਖ ਦੇਣੇ ਹੈ। ਉਹਨਾਂ ਦੀ ਤਾਂ ਵਿਚਾਰਿਆਂ ਦੀ ਜ਼ਿੰਦਗੀ ਹਰਾਮ ਦੀ ਬਣਾ ਦੇਣਗੇ। ਅੱਗੇ ਹੀ ਉਹਨਾਂ ਦਾ ਇਕਲੌਤਾ ਪੁੱਤ ਸੀ, ਉਹ ਤਾਂ ਮਾਰਤਾ। ਪਰ ਮੇਰਾ ਮਤਲਬ ਸਮਾਜ ਨੂੰ ਤੇ ਸਾਨੂੰ ਉਹਨਾਂ ਦੇ ਮਾਪਿਆਂ ਨੂੰ ਵੀ ਤਾਂ ਸਾਂਭਣਾ ਚਾਹੀਦਾ ਹੈ। ਤੇ ਬੀਬੀ ਸੋਨੀਆ ਗਾਂਧੀ ਨੂੰ, ਉਹਨਾਂ ਨੂੰ ਵੀ ਇਹਨਾਂ ਦੇ ਭੋਗ 'ਤੇ ਆਉਣਾ ਚਾਹੀਦਾ ਹੈ। ਰਾਹੁਲ ਗਾਂਧੀ ਨੂੰ ਵੀ ਆਉਣਾ ਚਾਹੀਦਾ ਹੈ ਕਿ ਐਡਾ ਵੱਡਾ ਇੱਕ ਬੰਦਾ ਗਵਈਆ, ਜਿਹੜਾ ਸਾਰੇ ਗਵਈਆਂ ਨੂੰ ਪਿੱਛੇ ਛੱਡ ਗਿਆ ਸੀ ਛੋਟੀ ਉਮਰ 'ਚ, 28 ਸਾਲ ਉਹਦੀ ਉਮਰ ਸੀਗੀ, ਅਤੇ ਕੈਨੇਡਾ ਦੇ ਵਿੱਚ ਵੀ ਇਹ ਹੀਰੋ ਸੀਗਾ। ਅਤੇ ਜਿੱਦਣ ਇਹਨਾਂ ਦਾ ਅੰਤਮ ਹੁੰਦਾ ਹੈ, ਉਦਣ ਸਾਰੇ ਮੁਲਕ ਜਿੱਥੇ ਵੀ ਸਿੱਖ ਵੱਸਦੇ, ਅਮਰੀਕਾ, ਕੈਨੇਡਾ, ਯੂਰਪ, ਵਲੈਤ, ਜਾਪਾਨ, ਸਿੰਗਾਪੁਰ, ਮਲੇਸ਼ੀਆ, ਆਸਟ੍ਰੇਲੀਆ, ਨਿਊਜ਼ੀਲੈਂਡ, ਉੱਥੇ ਤਾਂ ਸਨਾਟਾ ਛਾਇਆ ਪਿਆ ਅੱਜ ਵੀ। ਮੇਰਾ ਮਤਲਬ ਤੁਸੀਂ ਦੇਖਿਆ ਹੋਊਗਾ ਕਿ ਕਿਵੇਂ ਲੋਕ ਰੋਂਦੇ ਹੈ ਅਤੇ ਕਿਵੇਂ ਨੌਜਵਾਨੀ ਡੁੱਲ ਕੇ ਆਈ ਹੈ ਉਹਨਾਂ ਦੇ ਸੰਸਕਾਰ ਨੂੰ। ਸੋ ਹੁਣ ਜੇ ਉਹ ਨਹੀਂ ਰਹੇ, ਸਰਕਾਰ ਨੂੰ, ਸਮਾਜ ਨੂੰ, ਤੁਹਾਨੂੰ, ਮੈਨੂੰ, ਉਹਨਾਂ ਦੇ ਮਾਪਿਆਂ ਨੂੰ ਸੰਭਾਲਣ ਦੀ ਬਹੁਤ ਜ਼ਿਆਦਾ ਲੋੜ ਹੈ, ਕਿਉਂ ਕਰਕੇ ਇਕਲੌਤਾ ਪੁੱਤ ਸੀਗਾ ਅਤੇ ਉਹ ਫੌਜੀ ਨੇ। ਅਤੇ ਜੇ ਉਹ ਫੌਜੀ ਨੇ ਨਾ, ਉਹਨਾਂ ਦੀ ਇੱਕ ਮੈਂ ਖਾਸੀਅਤ ਦੱਸਣਾ ਚਾਹੁੰਦਾ ਕਿ ਉਹ ਆਰਮਡ ਕੋਰ ਦੇ ਵਿੱਚ ਉਹਨਾਂ ਨੇ ਨੌਕਰੀ ਕੀਤੀ ਹੈ। ਅਤੇ ਆਰਮਡ ਕੋਰ ਹੁੰਦੀ ਹੈ ਟੈਂਕਾਂ, ਇਹਨਾਂ ਦੇ ਟੈਂਕ ਹੁੰਦੇ ਆ। ਅਤੇ ਜਦੋਂ ਲੱਦਾਖ ਦੇ ਵਿੱਚ ਪਹਿਲੀ ਵਾਰੀ ਟੈਂਕ ਭੇਜੇ ਹੈ, ਉਹ ਹਵਾਈ ਜਹਾਜ਼ ਦੇ ਉੱਤੇ ਗਏ ਸੀਗੇ। ਅਤੇ ਇਹਨਾਂ ਦੇ ਪਿਤਾ ਇੰਨੇ ਐਕਸਪਰਟ ਸੀਗੇ ਟੈਂਕ ਦਾ ਗੋਲਾ ਕੱਢਣ ਨੂੰ, ਉਹਨੂੰ ਚਲਾਉਣ ਨੂੰ, ਕਿ ਇਹਨਾਂ ਨੂੰ ਸਿਲੈਕਟ ਕੀਤਾ ਕਿ ਤੂੰ ਟੈਂਕ ਹਵਾਈ ਜਹਾਜ਼ ਦੇ ਉੱਤੇ ਚਾੜੇਗਾ। ਕਿਉਂ ਕਰਕੇ ਜਿਹੜੀ ਪੱਟੀ ਹੁੰਦੀ ਹੈ ਹਵਾਈ ਜਹਾਜ਼ ਦੀ, ਉਹ ਬਹੁਤੀ ਚੌੜੀ ਨਹੀਂ ਹੁੰਦੀ, ਅਤੇ ਕੋਈ ਮਾਹਰੀ ਟੈਂਕ ਹਵਾਈ ਜਹਾਜ਼ ਦੇ ਵਿੱਚ ਚਾੜ ਸਕਦਾ। ਅਤੇ ਇਹਨਾਂ ਨੇ 18 ਟੈਂਕ ਇੱਕ ਇੱਕ ਕਰਕੇ ਚਾੜੇ। ਲੱਦਾਖ ਜਾ ਕੇ ਉਹਨਾਂ ਦਾ ਇੰਤਜ਼ਾਮ ਕੀਤਾ ਕਿ ਕਿਵੇਂ ਇਹਨਾਂ ਨੂੰ ਰੱਖਿਆ ਜਾਊਗਾ। ਇਹਨਾਂ ਨੇ ਕਿਹਾ ਸਾਰਿਆਂ ਨੂੰ ਇਕੱਠਾ ਨਹੀਂ ਰੱਖਣਾ, ਕਿਉਂ ਕਰਕੇ ਜੇ ਇਕੱਠਾ ਰੱਖਾਂਗੇ ਤਾਂ ਜੇ ਇੱਕ ਵਾਰੀ ਬੰਬਬਾਰੀ ਹੋ ਗਈ ਤਾਂ ਸਾਰੇ ਤਬਾਹ ਹੋ ਜਾਣਗੇ। ਫਿਰ ਇਹਨਾਂ ਨੇ ਜਗ੍ਹਾ ਜਗ੍ਹਾ 'ਤੇ ਖੱਡੇ ਖੁਦਵਾ ਕੇ, ਉੱਤੇ ਮਿੱਟੀ ਦੀਆਂ ਛੱਤਾਂ ਉੱਤੇ ਟੀਨ ਪਵਾ ਕੇ ਫਿਰ ਉਹਨਾਂ ਨੂੰ ਉੱਥੇ ਰੱਖਿਆ। ਸੋ ਮੇਰਾ ਕਹਿਣ ਦਾ ਮਤਲਬ ਸੀ
ਕਿ ਸਿੱਖਾਂ ਨੇ ਤਾਂ ਬਹੁਤ ਕੁਰਬਾਨੀਆਂ ਕੀਤੀਆਂ ਹਿੰਦੁੱਤਵਾ ਦੇ ਲਈ, ਪਰ ਅੱਜ ਦਿੱਲੀ ਦਾ ਬੰਦਾ ਕੋਈ ਵੀ ਨਹੀਂ ਇੱਥੇ ਆਇਆ, ਕਿਸੇ ਨੇ ਅਫਸੋਸ ਨਹੀਂ ਕੀਤਾ ਸਾਡੇ ਨਾਲ। ਜਦ ਕਿ ਇੰਦਰਾ ਗਾਂਧੀ ਜਦੋਂ ਮਰੀ ਹੈ ਉਹਦੇ ਤੋਂ ਜ਼ਿਆਦਾ ਵੱਡਾ ਇਕੱਠ ਸੀ, ਜਦੋਂ ਰਾਜੀਵ ਗਾਂਧੀ ਮਰਿਆ ਉਹਦੇ ਤੋਂ ਜ਼ਿਆਦਾ ਵੱਡਾ ਇਕੱਠ ਸੀਗਾ। ਤੇ ਸਾਡੇ ਸਿੱਖ ਤਾਂ ਉੱਥੇ ਜਾ ਕੇ ਨਮਸਕਾਰ ਉਹਨਾਂ ਦੀਆਂ ਸਮਾਧਾਂ ਤੇ ਕਰਦੇ ਆ। ਤੇ ਫਿਰ ਇਹਨਾਂ ਨੂੰ ਨਹੀਂ ਚਾਹੀਦਾ, ਦਿੱਲੀ ਵਾਲਿਆਂ ਨੂੰ, ਮੋਦੀ ਨੂੰ, ਅਮਿਤ ਸ਼ਾਹ ਨੂੰ, ਹੋਮ ਸੈਕਟਰੀ ਨੂੰ, ਕਿ ਉਹ ਵੀ ਕੁਛ ਬਿਆਨ ਦੇਣ ਕਿ ਇਹ ਸਾਡੀ ਗਲਤੀ ਹੋਈ ਹੈ, ਅਸੀਂ ਤਾਂ ਪੁੱਠੇ ਰਾਹ ਚੱਲੇ ਹੋਏ ਹਾਂ ਪੰਜਾਬ ਦੇ ਵਿੱਚ, ਤੇ ਉੱਥੇ ਜ਼ਬਰ ਹੋ ਰਿਹਾ ਹੈ, ਤੇ ਉੱਥੇ ਅਸਲਾ ਆ ਰਿਹਾ ਹੈ, ਸਾਰਾ ਕੁਛ ਆ ਰਿਹਾ ਹੈ। BSF ਜਿਹੜਾ ਅਸਲਾ ਰੋਕਣ ਨੂੰ ਅਸੀਂ ਬਾਰਡਰ 'ਤੇ ਲਾਈ ਹੈ, ਉਹ ਤਾਂ ਸਿੱਖਾਂ 'ਤੇ ਸ਼ੱਕ ਕਰਨ ਦੇ ਲਈ ਅਸੀਂ ਅੰਦਰ ਉਹਨੂੰ 50 ਕਿਲੋਮੀਟਰ ਦਾ ਇਲਾਕਾ, ਉਹਦੀ ਜਿਹੜੀ ਦਾਇਰਾ ਹੈ ਉਸ ਨੂੰ ਵਧਾਤਾ ਹੈ। ਪਰ ਮੇਰਾ ਮਤਲਬ ਹੈ ਕੋਈ ਸਾਡਾ ਕੋਈ ਰਿਪਰੈਜ਼ੈਂਟੇਟਿਵ ਹੈ ਹੀ ਨਹੀਂ ਜਿਹੜਾ ਇਹਨਾਂ ਦੇ ਨਾਲ ਜਾ ਕੇ ਉੱਥੇ ਗੱਲ ਕਰ ਸਕੇ। ਉਹਨਾਂ ਦੇ ਫਾਦਰ ਸਾਹਿਬ ਤੁਹਾਡੇ ਕਲਾਵੇ ਦੇ ਨਾਲ ਲੱਗ ਕੇ ਰੋਂਦੇ ਦੇਖੇ ਮੈਂ, ਜਿਵੇਂ ਤੁਸੀਂ ਟੈਂਕ ਵਾਲੀ ਗੱਲ ਦੱਸੀ, ਉਦੋਂ ਗੱਲਾਂ ਹੋਈਆਂ, ਹੋਰ ਕੀ ਕੀ ਗੱਲਾਂ ਹੋਈਆਂ? ਤਾਂ ਬਹੁਤ ਹੋਈਆਂ ਹੁਣ ਇਹ ਸਾਰੀਆਂ। ਮੈਂ ਤਾਂ ਹੁਣ ਦੇਖੋ ਨਾ, ਉਹ ਅਫਸੋਸ ਸੀਗੇ, ਅਜੇ ਹੀ ਉਹਨਾਂ ਦਾ ਇਕਲੌਤਾ ਕਾਕਾ ਪੂਰਾ ਹੋਇਆ ਸੀਗਾ, ਤੇ ਜ਼ਿਆਦਾ ਤਾਂ ਮੈਂ ਗੱਲ ਕਰਨੀ ਨਹੀਂ ਸੀ ਚਾਹਿਆ, ਪਰ ਮੈਂ ਉਹਨਾਂ ਦਾ ਦਿਲ ਲਾਉਣ ਨੂੰ ਗੱਲਾਂ ਕੀਤੀਆਂ ਸੀਗੀਆਂ। ਤੇ ਸਵੇਰ ਦਾ ਇਹਨਾਂ ਦੋਨਾਂ ਨੂੰ ਕਿਸੇ ਨੇ ਖਾਣੇ ਨਹੀਂ ਸੀ ਦਿੱਤਾ, ਫਿਰ ਮੈਂ ਦੁੱਧ ਪਿਆਇਆ ਦੋਨਾਂ ਨੂੰ, ਬੀਬੀ ਨੂੰ ਤੇ ਸਰਦਾਰ ਸਾਹਿਬ ਨੂੰ, ਤੇ ਇਹਨਾਂ ਨੂੰ ਹੱਲਾਸ਼ੇਰੀ ਦਿੱਤੀ। ਤੇ ਇਹਨਾਂ ਦਾ ਤਾਂ ਬਹੁਤ ਬੁਰਾ, ਇਕਲੌਤਾ ਪੁੱਤ ਚਲਿਆ ਜਾਵੇ ਤੇ ਬਟੇਪਾ ਉੱਤੋਂ ਦੀ ਪੈ ਜੇ, ਤੇ ਤੁਸੀਂ ਆਪ ਸਮਝਦੇ ਹੋ ਕਿ ਕਿਹੜੀ ਮੁਸੀਬਤ ਆਈ ਹੋਊਗੀ। ਇਹ ਤਾਂ ਤੁਹਾਨੂੰ, ਮੈਨੂੰ, ਸਾਰਿਆਂ ਨੂੰ ਇਹਨਾਂ ਨੂੰ ਸਾਹਮਣਾ ਪਊਗਾ। ਤੁਸੀਂ ਕਿਹਾ ਕਿ ਹੱਲਾਸ਼ੇਰੀ ਮੈਂ ਦਿੱਤੀ, ਤੇ ਸ਼ੇਰ ਹੱਲਾਸ਼ੇਰੀਆਂ ਦਿੰਦਾ ਬੁੱਢਾ ਹੋ ਗਿਆ, ਕਿਹਾ ਜਾ ਸਕਦਾ ਹੈ, ਕਿਉਂਕਿ ਜਿਵੇਂ ਆਪਾਂ ਗੱਲ ਸ਼ੁਰੂ ਕੀਤੀ ਸੀ, ਪੰਜਾਬ ਦੇ ਅਨੇਕਾਂ ਹੀ ਨੌਜਵਾਨ, ਚਾਹੇ ਉਹ ਝੂਠੇ ਮੁਕਾਬਲਿਆਂ 'ਚ ਮਾਰੇ ਗਏ ਜਾਂ ਖਾੜਕੂ ਨੌਜਵਾਨ ਮਾਰੇ ਗਏ, ਹਰ ਇੱਕ ਦੇ ਭੋਗ 'ਤੇ ਤੁਸੀਂ ਗਏ, ਹਰ ਇੱਕ ਨੂੰ ਸਾਂਭਿਆ, ਤੁਸੀਂ ਜਾ ਕੇ ਦੇਖਿਆ। ਅੱਜ ਉਹ ਯਾਦ ਆਉਂਦੇ ਆ ਜਦੋਂ ਹਰ ਇੱਕ ਦਾ ਸੇਵਾ ਦੇਖਦੇ ਹੋ, ਚਾਹੇ ਪਹਿਲਾਂ ਦੀਪ ਦਾ ਤੇ ਹੁਣ ਸ਼ੁਭਦੀਪ ਦਾ? ਹਾਂ, ਫਿਰ ਉਹ ਤਾਂ ਆਉਂਦੇ ਹੈ। ਇਹਨਾਂ ਨੇ ਕੁਰਬਾਨੀ ਆਪਣੇ ਦੇਸ਼ ਲਈ ਕੀਤੀ ਹੈ, ਖਾਲਿਸਤਾਨ ਦੇ ਲਈ ਲੜੇ ਹੈ, ਤੇ ਇਹਨਾਂ ਦਾ ਸਤਿਕਾਰ ਤਾਂ ਆਪਾਂ ਨੂੰ ਕਰਨਾ ਪਊਗਾ। ਕਿਸੇ ਦਿਨ ਇਹਨਾਂ ਦਾ ਵੀ ਇਹ ਜਿਹੜੇ ਮਿਊਜ਼ੀਅਮ ਬਣਾ ਰਹੇ ਹੈ, ਵਾਰ ਮੈਮੋਰੀਅਲਸ, ਉਹਨਾਂ ਦੇ ਵਿੱਚ ਲਿਖਣਾ ਪਊਗਾ ਇਹਨਾਂ ਦੇ ਨਾਂ, ਸਾਰਾ ਕੁਛ ਲੈ ਕੇ ਆਉਣਾ ਪਊਗਾ, ਤੇ ਇਹਨਾਂ ਦੇ ਮਾਪਿਆਂ ਨੂੰ ਵੀ ਸਾਂਭਣਾ ਪਊਗਾ। ਅਜੇ ਤੱਕ ਕਿਸੇ ਨੇ ਨਹੀਂ ਸਾਂਭੇ। ਤੇ ਜਿਹੜੇ ਧਰਮੀ ਫੌਜੀ ਹੈ ਜਿਨ੍ਹਾਂ ਨੇ ਇੰਨੀ ਕੁਰਬਾਨੀ ਕੀਤੀ ਹੈ, ਉਹਨਾਂ ਨੂੰ ਵੀ ਆਪਾਂ ਨੇ ਸਾਂਭਿਆ ਨਹੀਂ। ਪਰ ਸਾਨੂੰ ਕਦੇ ਅੱਗੇ ਅਸੀਂ ਆਏ ਨਹੀਂ ਜਿਹਦੇ ਨਾਲ ਸਾਨੂੰ ਮੌਕਾ ਦਿੱਤਾ ਜਾਵੇ ਕਿ ਅਸੀਂ ਇਹਨਾਂ ਦਾ ਵੀ ਕੁਛ ਕਰੀਏ, ਜਿਨ੍ਹਾਂ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ, ਕਿ ਜਿਨ੍ਹਾਂ ਨੇ ਆਪਣੀ ਕੁਰਬਾਨੀਆਂ ਕੀਤੀਆਂ ਇੰਡੀਆ ਨੂੰ ਆਜ਼ਾਦੀ ਦੇਣ ਲਈ, ਉਹਨਾਂ ਨੂੰ ਤਾਂ ਪੈਨਸ਼ਨਾਂ ਮਿਲ ਗਈਆਂ, ਤੇ ਜਿਹੜੇ ਸਿੱਖਾਂ ਨੇ ਸਿੱਖਾਂ ਨੂੰ ਆਜ਼ਾਦ ਕਰਨ ਦੇ ਲਈ ਕੁਰਬਾਨੀਆਂ ਦਿੱਤੀਆਂ, ਉਹਨਾਂ ਨੂੰ ਅਜੇ ਤੱਕ ਕੱਖ ਕਿਉਂ ਨਹੀਂ ਮਿਲਿਆ ਹੈਗਾ? ਕਿਉਂ ਕਰਕੇ ਆਪਾਂ ਨੇ ਆਪਣੀ ਸਰਕਾਰ ਹੀ ਨਹੀਂ ਬਣਾਈ ਹੈਗੀ ਕਦੇ ਆਪਣਾ। ਹੁਣ ਅੱਜ ਸਾਡੀ ਅਸੈਂਬਲੀ ਦੇ ਵਿੱਚ ਕੋਈ ਸਿੱਖ ਮੈਂਬਰ ਨਹੀਂ ਗਾ ਜਿਹੜੀਆਂ ਇਹ ਗੱਲਾਂ ਕਰ ਸਕਦਾ ਹੈ, ਨਾ ਪਾਰਲੀਮੈਂਟ ਦੇ ਵਿੱਚ ਹੈਗਾ ਜਿਹੜੀਆਂ ਇਹ ਗੱਲਾਂ ਕਰ ਸਕਦਾ, ਜਿਹੜੀਆਂ ਤੁਹਾਡੇ ਨਾਲ ਇਹਨਾਂ ਨੇ ਤੇ ਮੈਂ ਕੀਤੀਆਂ ਹੈਗੀਆਂ। ਬੁੱਧੀ ਦੀ ਕਮੀ ਹੈ ਸਾਡੀ ਕੌਮ ਦੇ ਵਿੱਚ ਥੋੜ੍ਹੀ ਬਹੁਤੀ। ਅਕਸਰ ਇਹ ਜਿਹੜੀ ਗੱਲ ਚੱਲ ਰਹੀ ਹੈ ਕਿ ਪਹਿਲਾਂ ਸੰਦੀਪ ਸਿੰਘ, ਦੀਪ ਸਿੱਧੂ, ਉਹ ਤੁਹਾਡੇ ਨਾਲ ਜੁੜਦੇ ਨੇ, ਅਮਰਗੜ੍ਹ ਆ ਕੇ ਤੁਹਾਡੀ ਚੋਣ ਲੜਦੇ ਨੇ ਖੁਦ, ਤੇ ਹੁਣ ਸ਼ੁਭਦੀਪ ਕਹਿ ਰਹੇ ਸੀ ਕਿ ਮੈਂ ਆ ਕੇ ਚੋਣ ਲੜਾਂਗਾ ਮੂਸੇਵਾਲਾ। ਜਿਹੜਾ ਤੁਹਾਡੇ ਨਾਲ ਜੁੜਦਾ, ਜਿਹੜਾ ਤੁਹਾਡੇ ਨਾਲ ਆ ਕੇ ਬੈਠਦਾ, ਕੀ ਉਹ ਨਿਸ਼ਾਨਾ ਹੋ ਜਾਂਦਾ? ਇਹ ਤਾਂ ਮੈਨੂੰ ਨਹੀਂ ਪਤਾ। ਜੇ ਮੇਰੇ ਸਪੋਰਟਰਸ ਦਾ ਸ਼ਿਕਾਰ ਖੇਡਣਾ, ਮੈਨੂੰ ਹੀ ਠੋਕ ਦੇਣ ਪਹਿਲਾਂ, ਤਾਂ ਇਹ ਫਿਰ ਇਹਨਾਂ ਨੂੰ ਲੋੜ ਹੀ ਨਹੀਂ ਪਊਗੀ ਨਾ ਸੰਦੀਪ ਨੂੰ ਕਤਲ ਕਰਨ ਦੀ, ਨਾ ਇਹ ਮੂਸੇਵਾਲ ਨੂੰ ਕਤਲ ਕਰਨ ਦੀ। ਮੈਨੂੰ ਹੀ ਮੋਦੀ ਸਾਹਿਬ ਤੇ ਅਮਿਤ ਸ਼ਾਹ ਤੇ ਇਹ ਭੱਲਾ ਸਾਹਿਬ ਮਾਰ ਦੇਣ, ਹੈ ਨਾ, ਕੰਮ ਹੀ ਮੁੱਕ ਜੂਗਾ, ਫਿਰ ਲੋੜ ਹੀ ਨਹੀਂ ਪਊ ਇਹਨਾਂ ਨੂੰ। ਮੇਰੇ ਕੋਲ ਤਾਂ ਕੋਈ ਗਨਮੈਨ ਹੈ ਨਹੀਂ, ਨਾ ਮੈਂ ਲੈਣਾ ਚਾਹੁੰਦਾ, ਨਾ ਮੈਂ ਲਵਾਂ, ਖੁੱਲ੍ਹਾ ਫਿਰਦਾ।
ਤੇ ਮੈਨੂੰ ਮਾਰ ਦੇਣਾ ਵੀ ਨਹੀਂ, ਮੇਰੇ ਸਮਰਥਕਾਂ ਨੂੰ ਕਿਉਂ ਮਾਰਦੇ ਹੋ? ਜਿਵੇਂ ਕਹਿ ਰਹੇ ਨੇ ਕਿ ਮੇਰੇ ਸਮਰਥਕ, ਤੁਹਾਨੂੰ ਕੀ ਲੱਗਦਾ ਹੈ? ਸੰਦੀਪ ਦੇ ਨਾਲ ਤੁਸੀਂ ਵੀ ਵਿਚਰੇ, ਦੀਪ ਸਿੱਧੂ ਦੇ ਨਾਲ, ਦੀਪ ਸਿੱਧੂ ਦਾ ਜੀ ਦੀਪ ਸਿੱਧੂ ਨੂੰ ਲੈ ਕੇ ਜੇ ਗੱਲ ਕਰ ਲਈਏ, 26 ਜਨਵਰੀ ਨੂੰ ਵੀ ਤੁਸੀਂ ਦੀਪ ਸਿੱਧੂ ਦੇ ਨਾਲ ਖੜੇ ਸੀ ਲਾਲ ਕਿਲ੍ਹੇ ਦੇ ਉੱਤੇ, ਉਸ ਤੋਂ ਬਾਅਦ ਵੀ ਅਮਰਗੜ੍ਹ ਚੋਣ ਵੀ, ਤੇ ਹੁਣ ਵੀ ਤੁਸੀਂ ਜਾ ਕੇ ਮੂਸੇਵਾਲਾ ਨੂੰ ਅਪਰੋਚ ਕਰਦੇ ਹੋ। ਹੁਣ ਗੱਲ ਕੀ ਹੈ ਜੀ, ਦੀਪ ਸਿੱਧੂ ਜਿਹੜਾ ਬੜਾ ਚੰਗਾ ਵਕੀਲ ਸੀਗਾ, ਉਹਨੇ ਵੀ ਚੋਣ ਤੋਂ ਪਹਿਲਾਂ ਜਦੋਂ ਅਸੀਂ ਕਿਸਾਨ ਸੰਘਰਸ਼ 3 ਕਾਲਾ ਕਾਨੂੰਨ ਵਾਪਸ ਕਰਾ ਕੇ ਆਏ ਸੀ, ਸਵਾਮੀਨਾਥਨ ਅਜੇ ਨਹੀਂ ਸੀ ਮਿਲਿਆ, ਜਿਉਂ ਹੀ ਅਸੀਂ ਦਿੱਲੀ ਤੋਂ ਨਗਰ ਕੀਰਤਨ 'ਚ ਆਏ ਤੇ ਸ਼ੰਭੂ ਬੈਰੀਅਰ ਤੇ ਚੋਣਾਂ ਦਾ ਐਲਾਨ ਹੋਇਆ, ਸ਼ੰਭੂ ਬੈਰੀਅਰ ਤੇ ਜਦੋਂ ਸਵਾਗਤ ਲਈ ਆਏ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਤੇ ਸੰਦੀਪ ਸਿੰਘ ਔਰ ਦੀਪ ਸਿੱਧੂ ਪ੍ਰਧਾਨ ਸਾਹਿਬ ਤੇ ਦੋਨੇ ਬੈਠੇ, ਉੱਥੇ ਪੱਤਰਕਾਰਾਂ ਨੇ ਪੁੱਛਿਆ, ਅੱਜ ਦਾ ਤੇ ਸਮਾਂ ਢੁਕਦਾ ਹੈ, ਪੱਤਰਕਾਰਾਂ ਨੇ ਕੀ ਪੁੱਛਿਆ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਅਮਰਗੜ੍ਹ ਤੋਂ ਚੋਣ ਲੜ ਰਹੇ, ਇਹਨਾਂ ਦੀ ਪਾਰਟੀ ਚੋਣ ਲੜ ਰਹੀ ਹੈ, ਕੀ ਤੁਸੀਂ ਮਦਦ ਕਰੋਗੇ? ਉਹ ਨਾਲ ਪ੍ਰਧਾਨ ਸਾਹਿਬ ਬੈਠੇ ਆ ਤੇ ਦੀਪ ਸਿੱਧੂ ਨੇ ਕਿਹਾ, ਕਿਉਂ ਨਹੀਂ ਕਰੂੰਗਾ, ਕਰੂੰਗਾ, ਜਿਵੇਂ ਸਿੱਧੂ ਮੂਸੇਵਾਲੇ ਨੇ ਕਿਹਾ ਕਰੂੰਗਾ। ਕਹਿੰਦਾ ਜਿਹੜਾ 40 ਸਾਲ ਤੋਂ ਲੜਿਆ, ਨਾ ਝੁਕਿਆ, ਨਾ ਵਿਕਿਆ, ਨਾ ਡੋਲਿਆ, ਨਾ ਕੌਮ ਦੀ ਪਿੱਠ ਲਵਾਈ ਹੈ ਤੇ ਸਿੱਧਾ ਚੱਲ ਰਿਹਾ, ਤੇ ਕਹਿੰਦਾ ਮੈਂ ਕਰੂੰਗਾ ਮਦਦ ਠੋਕ ਕੇ। ਉਹ ਕਹਿੰਦੇ ਚੋਣ 'ਚ ਜਾਓਗੇ? ਕਹਿੰਦਾ ਮੈਂ ਜਾਊਂਗਾ। ਤੇ ਉਹ ਆਇਆ ਤੇ ਇਹੀ ਗੱਲ ਮੈਨੂੰ ਕਹੀ ਆ, ਕਹਿੰਦਾ ਮੈਂ ਠੋਕ ਕੇ ਮਦਦ ਕਰੂੰਗਾ। ਤੇ ਫਿਰ ਪ੍ਰਧਾਨ ਸਾਹਿਬ ਨੇ ਤਾਂ ਅਖੀਰਲੀ ਗੱਲ ਕਰਤੀ, ਕਿਉਂ ਮਾਰੀ ਜਾਂਦੇ ਹੋ? ਅਖੀਰਲੀ 100 ਹੱਥ ਰੱਸਾ ਸਿਰੇ ਦੀ ਗੰਢ, ਮੈਨੂੰ ਹੀ ਮਾਰ ਦਿਓ। ਹੋਰ ਕੌਮ ਦਾ ਲੀਡਰ ਐਡੀ ਵੱਡੀ ਗੱਲ ਕਹਿ ਦੇਵੇ, ਫਿਰ ਇੰਡੀਅਨ ਸਟੇਟਸ ਨੂੰ ਸੋਚਣਾ ਚਾਹੀਦਾ ਹੈ ਕਿ ਸਿੱਖਾਂ ਦਾ ਤੁਸੀਂ ਇਮਤਿਹਾਨ ਨਾ ਲਓ, ਨਾ ਲਓ, ਨਾ ਲਓ। ਅੱਜ ਸਾਰੇ ਰੋਂਦੇ ਸੀ, ਪ੍ਰੈਸ ਵੀ ਰੋਂਦੀ ਵੇਖੀ ਹੈ, ਮੈਂ ਸੋਸ਼ਲ ਮੀਡੀਆ ਰੋਂਦਾ ਵੇਖਿਆ, ਇਲੈਕਟ੍ਰੋਨਿਕਸ ਮੀਡੀਆ ਰੋਂਦਾ ਵੇਖਿਆ, ਮੈਂ ਪ੍ਰਿੰਟ ਮੀਡੀਆ ਵਾਲੇ ਅਖਬਾਰਾਂ ਵਾਲੇ ਵੀ ਰੋਂਦੇ ਵੇਖਿਆ। ਇਸ ਕਰਕੇ ਨਾ ਕਰੋ। ਧੰਨਵਾਦ ਮਾਨ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ। ਤੁਸੀਂ ਆਪਣਾ ਟਾਈਮ ਕੱਢ ਕੇ ਆਏ ਹੋ, ਥੈਂਕ ਯੂ ਵੈਰੀ ਮਚ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ ਹੋਵੇ। ਤਾਂ ਇਹ ਸੀਗੇ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਕਹਿ ਰਹੇ ਨੇ ਕਿ ਮੇਰੇ ਮਦਦਗਾਰ ਜਿਹੜੇ ਨੇ ਉਹ ਟਾਰਗੇਟ ਨਾ ਕੀਤੇ ਜਾਣ, ਸਿੱਧਾ ਮੈਨੂੰ ਹੀ ਟਾਰਗੇਟ ਕਰ ਦਿਓ, ਸਾਰਾ ਸਿਆਪਾ ਹੀ ਨਿਬੜ ਜੂਗਾ। ਮੇਰੇ ਜਿਹੜੇ ਮਦਦਗਾਰ ਹੈ, ਜਿਹੜੇ ਪੰਜਾਬ ਦੇ ਨੌਜਵਾਨ ਨੇ, ਕਿਰਪਾ ਕਰਕੇ ਉਹਨਾਂ ਨੂੰ ਟਾਰਗੇਟ ਨਾ ਕੀਤਾ ਜਾਵੇ, ਅਜਿਹਾ ਆਖ ਰਹੇ ਨੇ ਸਿਮਰਨਜੀਤ ਸਿੰਘ ਮਾਨ। ਕੈਮਰਾਮੈਨ ਗੁਰਸ਼ਨ ਚੀਮਾ ਦੇ ਨਾਲ ਮੈਂ ਸਿਮਰਨਜੀਤ ਸਿੰਘ, ਪ੍ਰੋ ਪੰਜਾਬ TV, ਮਾਨਸਾ।